ਮੀਡੀਆ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਅੱਜ ਦੀ ਸਾਡੀ SKM ਗੈਰ ਰਾਜਨੀਤਿਕ ਦੀ ਮੀਟਿੰਗ ਜਿਹੜੀ ਹੋਈ ਹੈ, ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਬਹੁਤ ਸਾਰੇ ਮੁੱਦਿਆਂ ਨੂੰ ਵਿਚਾਰਿਆ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਝੋਨੇ ਤੇ ਜਿਹੜੀ ਮਹਾਮਾਰੀ ਹੈ ਉਹਦੇ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਦੇ ਤੇ ਸਾਡਾ ਵਿਚਾਰ ਵਟਾਂਦਰਾ ਹੋਇਆ ਹੈ। ਲੰਪੀ ਸਕਿਨ ਦੇ ਨਾਲ ਜਿਹੜਾ ਪਸ਼ੂ ਪਾਲਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਉਹ ਮੰਗਾਂ ਵਿਚਾਰੀਆਂ ਗਈਆਂ। ਉਸ ਤੋਂ ਬਾਅਦ ਜਿਹੜਾ ਪੰਜਾਬ ਦੇ CM ਭਗਵੰਤ ਸਿੰਘ ਮਾਨ ਹੋਣਾ ਨਾਲ ਸਾਡੀ ਮੀਟਿੰਗ ਜਿਹੜੀ ਹੈ ਉਹ 2 ਅਗਸਤ ਨੂੰ ਹੋਈ ਸੀ। ਉਹਦੇ ਵਿੱਚ ਅਸੀਂ 24 ਸੂਤਰੀ ਮੰਗ ਪੱਤਰ ਇੱਕ ਦਿੱਤਾ ਸੀ CM ਸਾਹਿਬ ਨੂੰ। ਉਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸੀ ਉਹਨਾਂ ਨੂੰ 4 ਘੰਟੇ ਵਿਚਾਰਨ ਤੋਂ ਬਾਅਦ CM ਭਗਵੰਤ ਸਿੰਘ ਮਾਨ ਹੋਣਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ 7 ਸਤੰਬਰ ਤੱਕ ਅਸੀਂ ਸਾਰੀਆਂ ਹੀ ਮੰਗਾਂ ਨੂੰ ਇਨ-ਬਿਨ ਜਿਹੜਾ ਹੈ ਤੁਹਾਡੀਆਂ ਮੰਗਾਂ ਨੂੰ ਮੰਨ ਕੇ ਤੇ ਲਾਗੂ ਕਰਾਂਗੇ, ਜਿਹਦੇ ਵਿੱਚੋਂ ਨਾ ਮਾਤਰ ਜੀਆਂ ਮੰਗਾਂ ਜਿਹੜੀਆਂ ਗੰਨੇ ਦੀ ਜਿਹੜੀ ਬਕਾਇਆ ਰਾਸ਼ੀ ਹੈ ਉਹਦੇ ਤੇ ਕੋਆਪਰੇਟਿਵ ਮਿੱਲਾਂ ਨੇ ਜਿਹੜਾ ਉਹ ਬਕਾਇਆ ਦਿੱਤਾ ਹੈ। ਪ੍ਰਾਈਵੇਟ ਮਿੱਲਾਂ ਦਾ ਹੱਲੇ ਅੱਜ ਵੀ ਮਕੀਰੀਆਂ ਦੇ ਵਿੱਚ ਧਰਨਾ ਆਪਣੀ ਬਕਾਇਆ ਰਾਸ਼ੀ ਲੈਣ ਵਾਸਤੇ ਲੱਗਾ ਹੋਇਆ। ਉਸ ਤੋਂ ਬਾਅਦ ਬਾਕੀ ਜਿਹੜੀਆਂ 96 ਕਰੋੜ ਦਾ ਜਿਹੜਾ ਬਾਰਡਰ ਲਾਈਨ ਦੇ ਉੱਤੇ ਉਹ ਬਕਾਇਆ ਸੀਗਾ ਉਹ ਅਦਾ ਕੀਤਾ, ਪਰ ਬਾਕੀ ਜਿਹੜੀਆਂ 22, 24, 22, 23 ਮੰਗਾਂ ਜਿਹੜੀਆਂ ਉਹ ਜਿਉਂ ਦੀਆਂ ਤਿਉਂ ਉਵੇਂ ਪਈਆਂ, ਉਹਨਾਂ ਨੂੰ ਵਿਚਾਰਿਆ ਗਿਆ। ਹੁਣ ਇਹ ਸਾਰੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਾਡਾ ਜਿਹੜਾ ਅਗਲਾ ਫੈਸਲਾ ਆ, ਮੈਂ ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਹੋਏ ਸਾਰੇ ਮੈਂਬਰ ਸਾਹਿਬਾਨਾਂ ਦੀ ਮੈਂ ਤੁਹਾਡੇ ਨਾਲ ਰੂਬਰੂ ਕਰਵਾਵਾਂ। ਸਾਡੇ ਨਾਲ ਸੁਪਾਲ ਸਿੰਘ ਜੀ ਡੱਫਰ ਗੰਨਾ ਸੰਘਰਸ਼ ਕਮੇਟੀ ਦਸੂਹਾ ਤੋਂ, ਇੰਦਰਜੀਤ ਸਿੰਘ ਜੀ ਕੋਟ ਬੁੱਢਾ ਸਾਡੇ ਕਿਸਾਨ ਸੰਘਰਸ਼ ਕਮੇਟੀ ਤੋਂ, ਸੁਖਦੇਵ ਸਿੰਘ ਜੀ ਭੋਜਰਾਜ ਕਿਸਾਨ ਭਲਾਈ ਵੈਲਫੇਅਰ ਕਮੇਟੀ ਤੋਂ, ਤੇ ਸਾਡੇ ਭੰਗੂ ਸਾਹਿਬ BKU ਖੋਸਾ ਤੋਂ, ਤੇ ਬੈਨੀਪਾਲ ਸਾਹਿਬ ਤੇ ਪਿੱਛੇ ਜਥੇਬੰਦੀਆਂ ਦੇ ਆਗੂ ਸਾਹਿਬਾਨ ਬੈਠੇ ਹੋਏ ਆ। ਹੁਣ ਮੈਂ ਬੇਨਤੀ ਕਰਾਂਗਾ ਕਿ ਇਸ ਮੀਟਿੰਗ ਦੇ ਵਿੱਚ ਲਏ ਗਏ ਫੈਸਲਿਆਂ ਬਾਰੇ ਵਾਰੀ ਸਿਰ ਸਾਰੇ ਜਿਹੜੇ ਆਗੂ ਸਾਹਿਬਾਨ ਉਹ ਤੁਹਾਨੂੰ ਜਾਣੂ ਕਰਵਾਉਣ। ਸਭ ਤੋਂ ਪਹਿਲਾਂ ਤਾਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ, ਸਾਰੀ ਟੀਮ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਪੁੱਜਣ ਦਾ ਲੁਧਿਆਣਾ ਦੇ ਵਿੱਚ। ਔਰ ਕਾਫੀ 12 ਵਜੇ ਤੋਂ ਲੈ ਕੇ ਲੰਬੀ ਚਰਚਾ ਵੀ ਹੋਈ ਹੈ। ਪਰ 2 ਅਗਸਤ ਨੂੰ ਸਾਡੀ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਦੀ ਮੀਟਿੰਗ CM ਸਾਹਿਬ ਦੇ ਨਾਲ ਹੋਈ। ਔਰ 3 ਅਗਸਤ ਦੇ ਅਸੀਂ ਪੰਜਾਬ ਦੇ ਵਿੱਚ 7-8 ਜਗ੍ਹਾ 'ਤੇ ਪ੍ਰੋਗਰਾਮ ਰੱਖੇ ਸੀਗੇ। ਗੰਨੇ ਦਾ ਵੱਡੇ ਪੱਧਰ 'ਤੇ ਪੁਆਇੰਟ ਸੀਗਾ, ਤਾਰੋਂ ਪਾਰ ਵਾਲੇ ਕਿਸਾਨਾਂ ਦੇ ਮੁਆਵਜ਼ੇ ਦਾ ਪੁਆਇੰਟ ਸੀਗਾ, ਨਾਲ ਉਹਦੇ ਪੰਜਾਬ ਦੇ ਅੰਦਰ ਜਿਹੜੀਆਂ ਖੜੀਆਂ ਮਿੱਲਾਂ ਉਹਨਾਂ ਦਾ ਵੱਡੇ ਪੱਧਰ 'ਤੇ ਏਜੰਡਾ ਸੀਗਾ। ਕੁਛ ਮਾਝੇ ਦੇ ਵਿੱਚ ਤਰਨਤਾਰਨ ਸੇਰੋਂ ਦੇ ਵਿੱਚ ਮਿੱਲ ਪੈਂਦੀ, ਬਾਕੀ ਇੱਥੇ ਦੀ ਪੰਜਾਬ ਇਹ ਜਿਹੜੀਆਂ ਮਿੱਲਾਂ ਖੜੀਆਂ ਕਿ ਫਸਲੀ ਝੋਨੇ ਦੇ ਵਿੱਚੋਂ ਕੱਢ ਕੇ ਕਣਕ ਦੇ ਵਿੱਚੋਂ ਤੇ ਗੰਨੇ ਦੀ ਪੈਦਾਇਸ਼ ਵਧਾਈ ਜਾਵੇ, ਪਰ ਜਿਹੜੀਆਂ ਮਿੱਲਾਂ ਉਹ ਤੁਰੰਤ ਚਾਲੂ ਕੀਤੀਆਂ ਜਾਣ। ਔਰ ਉਹਦੇ ਨਾਲ ਦੀ ਨਾਲ 27-28 ਮੰਗਾਂ ਸੀ, ਜਿਵੇਂ ਕਿਸਾਨ ਦਿੱਲੀ ਅੰਦੋਲਨ ਸੰਯੁਕਤ ਮੋਰਚੇ ਦਾ ਚੱਲਿਆ, ਉਹਦੇ ਵਿੱਚ ਪਰਿਵਾਰਾਂ ਨੂੰ ਨੌਕਰੀਆਂ ਦੇਣੀਆਂ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਕਿਸਾਨ ਸ਼ਹੀਦ ਹੋਇਆ, ਬੀਬੀਆਂ ਬੱਚੇ ਔਰ ਕਿਸਾਨ ਬਜ਼ੁਰਗ, ਔਰ ਉਹਨਾਂ ਦੀ ਰਾਸ਼ੀ ਬਾਰੇ। ਪਰ ਜਿਹਦੇ ਵਿੱਚੋਂ ਕੁਝ ਹਿੱਸਾ ਥੋੜ੍ਹੀ ਰਾਸ਼ੀ ਜਿਹੜੀ ਉਹ ਮਿਲ ਚੁੱਕੀ ਹੈ, ਬਾਕੀ ਕਾਫੀ ਹਿੱਸਾ ਪਿਆ ਵਾ ਪੰਜਾਬ ਦੇ ਅੰਦਰ। ਉਹ ਮਸਲਾ ਸੀਗਾ। ਹੋਰ ਵੱਖ-ਵੱਖ ਪੱਟੀਆਂ ਦੇ ਵਿੱਚ ਜਿਵੇਂ ਕਿੰਨੂਆਂ ਦਾ ਮਸਲਾ ਆ ਗਿਆ, ਨਰਮੇ ਦੀ ਚਿੱਟੀ ਚੁੰਡੀ ਦਾ ਮਸਲਾ ਸੀਗਾ, ਹੋਰ ਪਾਣੀ ਦੇ ਪ੍ਰਦੂਸ਼ਣ ਦਾ ਮਸਲਾ ਸੀਗਾ, ਖੇਤੀ ਟਿਊਬਲਾਂ ਦੇ ਕਨੈਕਸ਼ਨਾਂ ਦਾ ਮਸਲਾ ਸੀ। ਵੱਡੇ ਪੱਧਰ 'ਤੇ 27-28 ਮੰਗਾਂ ਸੀ।
ਇਹਦੇ ਨਾਲ ਹੀ ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਆ, ਕਾਫੀ ਦਰਿਆਵਾਂ ਦੇ ਹੜ੍ਹਾਂ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ। ਉਹਦੇ ਨਾਲ ਹੀ ਲੰਪੀ ਸਕਿਨ, ਗਾਵਾਂ ਦਾ ਬੜੇ ਵੱਡੇ ਪੱਧਰ 'ਤੇ ਜਾਨਵਰਾਂ ਦਾ ਨੁਕਸਾਨ ਹੋਇਆ, ਲੋਕਾਂ ਦੇ ਸ਼ੈੱਡਾਂ ਦੇ ਸ਼ੈੱਡ ਵਿਹਲੇ ਹੋ ਗਏ ਆ। ਔਰ ਉਹਦੇ ਨਾਲ ਹੀ ਇੱਕ ਮੈਂ ਕਹੂੰਗਾ ਵੀ ਉਹ ਵੀ ਇੱਕ ਲੰਪੀ ਸਕਿਨ ਦੀਆਂ ਜਿਹੜੀ ਝੋਨੇ ਨੂੰ ਵੱਡੇ ਪੱਧਰ 'ਤੇ ਬਿਮਾਰੀ ਪੈ ਕੇ ਪੂਰੇ ਪੰਜਾਬ ਦੇ ਅੰਦਰ ਲੱਖਾਂ ਏਕੜ ਜਿਹੜੇ ਉਹ ਨੁਕਸਾਨੇ ਗਏ ਆ। ਕੁਝ ਮਾੜੇ ਬੀਜ ਕਾਰਨ ਕਰਕੇ ਝੋਨਿਆਂ ਨੂੰ ਫਲ ਨਹੀਂ ਪਿਆ। ਉਹ ਝੋਨੇ ਜਿਹੜੇ ਆ ਉਹਨਾਂ ਦੇ ਖੇਤਾਂ ਦੇ ਖੇਤ ਕਿਸਾਨਾਂ ਨੂੰ ਵਾਹੁਣੇ ਸ਼ੁਰੂ ਕਰ ਲਏ। ਔਰ ਸਾਡੀ ਇਹ ਮੰਗ ਆ ਕਿ ਸਰਕਾਰ ਤੁਰੰਤ ਇਹਦੀ ਗਿਰਦਾਵਰੀ ਕਰਾਵੇ। ਔਰ ਸਾਡੇ ਨਾਲ 7 ਸਤੰਬਰ ਦਾ CM ਨੇ ਵਾਅਦਾ ਲਿਆ ਸੀਗਾ ਕਿ ਗੰਨੇ ਦੇ ਪੈਸੇ ਪਾ ਕੇ ਬਾਕੀ ਮੰਗਾਂ ਦਾ ਤੁਹਾਡਾ 27-28 ਦਾ ਹੱਲ ਕਰਕੇ, ਬਾਕੀ ਜੇ ਕੋਈ ਹੋਰ ਮੰਗਾਂ ਹੋਣਗੀਆਂ ਤਾਂ ਉਹਦੇ ਬਾਰੇ 7 ਤਰੀਕ ਨੂੰ ਅਗਲੇ ਮਹੀਨੇ ਦੇ ਨੂੰ ਅਸੀਂ ਬੈਠਾਂਗੇ ਔਰ ਤੁਹਾਡੇ ਨਾਲ ਮੀਟਿੰਗ ਕਰਾਂਗੇ ਉਹਨਾਂ ਕੀਤੀ ਵਾਅਦਾ ਖਿਲਾਫ, ਜਿਹਦੇ ਵਿੱਚੋਂ 2-3 ਮੰਗਾਂ ਜਿਹੜੀਆਂ ਥੋੜ੍ਹੀਆਂ ਪੂਰਾ ਹੱਲ ਵੀ ਨਹੀਂ ਕੀਤਾ। ਜਿਵੇਂ ਗੰਨੇ ਦਾ ਬਕਾਇਆ ਵੀ ਮੇਰੇ ਖਿਆਲ 50 ਕਰੋੜ ਰੁਪਈਆ ਜੇ ਪਿਆ, ਉਹ ਵੀ ਅਜੇ ਪੂਰੀ ਰਾਸ਼ੀ ਨਹੀਂ ਦਿੱਤੀ। ਔਰ ਇਸ ਵਾਅਦਾ ਖਿਲਾਫੀ ਕਰਨ ਦੇ ਵਿੱਚ ਅਸੀਂ 30 ਤਰੀਕ ਨੂੰ ਸੜਕਾਂ ਦੇ ਪੂਰੇ ਪੰਜਾਬ ਦੇ ਅੰਦਰ ਜਿੱਥੇ ਜਿੱਥੇ ਵੀ ਸਾਡਾ ਐਕਸ਼ਨ ਬਣਿਆ ਜਥੇਬੰਦੀਆਂ ਦਾ, ਔਰ ਵੱਡੇ ਪੱਧਰ 'ਤੇ ਉਹ ਜਾਮ ਕਰਾਂਗੇ। ਔਰ ਉਹਦੇ ਨਾਲ ਅਗਲਾ ਜਿਹੜਾ ਐਲਾਨ ਹੋਊਗਾ ਸਾਡਾ ਉਹ ਸਖਤ ਹੋਊਗਾ ਕਿ ਅਸੀਂ ਕਿਵੇਂ ਦਾ ਉਹ ਡਿਸੀਜਨ ਲੈਣਾ ਵਾ। ਉਸ ਦਿਨ ਅਸੀਂ 30 ਤਰੀਕ ਵਾਲੇ ਦਿਨ ਵੱਡੇ ਪੱਧਰ 'ਤੇ ਜਾਮ ਕਰਾਂਗੇ। ਔਰ ਜੇ ਸਰਕਾਰ ਉਹਨਾਂ ਚਿਰ ਤੱਕ ਇਹ ਗਿਰਦਾਵਰੀ ਕਰ ਦਿੰਦੀ ਆ ਔਰ ਗੈਰ ਰਾਜਨੀਤਿਕ ਮੋਰਚੇ ਦੇ ਨਾਲ ਪੰਜਾਬ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਰੱਖ ਕੇ ਹੱਲ ਕਰਦੀ ਆ, ਫਿਰ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਜਾ ਸਕਦੀ। ਧੰਨਵਾਦ। ਹਾਂਜੀ ਸਰ। ਹਾਂਜੀ, ਸਮੂਹ ਮੀਡੀਆ ਕਰਮੀ ਸਾਹਿਬਾਨ, ਤੁਹਾਡਾ ਧੰਨਵਾਦ ਜੀ। ਔਰ ਇਸ ਕਾਰਵਾਈ ਨੂੰ ਅੱਗੇ ਚਲਾਉਂਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਅੱਜ ਦੀ ਇਹ ਮੀਟਿੰਗ ਜੋ ਵਿਸ਼ੇਸ਼ ਕਰਕੇ ਜੋ ਲੱਖਾਂ ਏਕੜ ਝੋਨਾ ਭਿਆਨਕ ਬਿਮਾਰੀ ਅਤੇ ਝੋਨੇ ਦੇ ਮਾੜੇ ਬੀਜ ਦੇ ਕਾਰਨ ਖਰਾਬ ਹੋਇਆ ਹੈ, ਉਸ ਦੇ ਲਈ ਕਿਸਾਨਾਂ ਦੇ ਕੋਲੇ ਸਮਾਂ ਬਹੁਤ ਘੱਟ ਹੈ। ਝੋਨਾ ਜਿਵੇਂ ਦਾ ਵੀ ਹੈ ਉਹਦੀ ਜਲਦੀ ਵਾਢੀ ਸ਼ੁਰੂ ਹੋ ਜਾਣੀ ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਉਹਦੀ ਵਿਸ਼ੇਸ਼ ਗਿਰਦਾਵਰੀ ਦੇ ਜਿਹੜੇ ਆ ਉਹ ਹੁਕਮ ਦਿੱਤੇ ਜਾਣ, ਕਿਉਂਕਿ 1 ਲੱਖ ਏਕੜ ਤੋਂ ਵੱਧ ਝੋਨਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਪਰ ਬਹੁਤ ਸਾਰਾ ਝੋਨਾ ਅਜੇ ਹੈ ਜਿਹੜਾ 60-70% ਤੱਕ ਤਬਾਹ ਹੋਇਆ। ਸੋ ਜਿਹੜੀ ਗੱਲ ਭਗਵੰਤ ਮਾਨ ਦੇ ਨਾਲ 2 ਤਰੀਕ ਨੂੰ ਹੋਈ ਮੀਟਿੰਗ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਇਹ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੇ ਵਿੱਚ ਇਹ ਸਾਡੀ ਆਮ ਆਦਮੀ ਦੀ ਜਿਹੜੀ ਸਰਕਾਰ ਹੈ ਇਹ ਬਿਲਕੁਲ ਫੇਲ ਸਾਬਤ ਹੋਈ ਹੈ ਕਿ ਇਹ ਜਿਸ ਦਿਨ ਦੇ ਆਏ ਆ ਸੱਤਾ ਦੇ ਵਿੱਚ ਇਹਨਾਂ ਨੇ ਇੱਕ ਵੀ ਸ਼ਹੀਦ ਪਰਿਵਾਰ ਨੂੰ ਨੌਕਰੀ ਹਾਲਾਂ ਤੱਕ ਨਹੀਂ ਦਿੱਤੀ। ਸਗੋਂ ਸਿੱਧਮ ਜਰੀਫੀ ਦੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਦੂਸਰੇ ਰਾਜਾਂ ਨੂੰ ਜਿਹੜਾ ਉਹ ਬਿਠਾਇਆ ਜਾ ਰਿਹਾ, ਉਹਨਾਂ ਨੂੰ ਲਾਭ ਦਿੱਤਾ ਜਾ ਰਿਹਾ। ਇਹ ਆਪਣੇ ਇਹ ਬਿਲਕੁਲ ਕ੍ਰਿਟੀਕਲ ਗੱਲ ਨਹੀਂ। ਇਹ ਜੋ ਅਸੀਂ ਕਹਿ ਰਹੇ ਹਾਂ ਆਪਣੇ ਸੂਬੇ ਦੇ ਹਿੱਤ ਵਿੱਚ ਅਸੀਂ ਕਹਿ ਰਹੇ ਹਾਂ ਕਿ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲਦੀਆਂ ਸੀ ਉੱਥੇ ਇਹਨਾਂ ਨੇ ਵਟਰਨਰੀ ਇੰਸਪੈਕਟਰ ਜਿਹੜੇ ਆ ਉਹ ਭਰਤੀ ਕੀਤੇ ਆ। ਉਹਦੇ ਵਿੱਚੋਂ ਇਹਨਾਂ 60% ਦੀ ਨੌਕਰੀਆਂ ਜਿਹੜੀਆਂ ਨੇ ਉਹ ਗੁਆਂਢੀ ਰਾਜਾਂ ਦੇ ਨੌਜਵਾਨਾਂ ਨੂੰ ਦਿੱਤੀਆਂ ਨੇ, ਜਿਹੜਾ ਕਿ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਦੇ ਨਾਲ ਜਾਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੈ। ਸੋ ਸਰਕਾਰ ਮੁੱਕਰ ਰਹੀ ਹੈ ਕਿਸਾਨਾਂ ਨੂੰ ਜੋ ਪਰਾਲੀ ਨਾ ਸਾੜਨ ਬਦਲੇ ਮੁਆਵਜ਼ਾ ਦੇਣ ਦੀ ਇਹਨਾਂ ਗੱਲ ਕੀਤੀ ਸੀ। DSR ਵਿਧੀ ਰਹੀ ਜਿਹਨੂੰ ਅਸੀਂ ਸਿੱਧੀ ਬਿਜਾਈ ਦੀ ਗੱਲ ਕਰਦੇ ਹਾਂ, ਉਹਦਾ ਮੁਆਵਜ਼ਾ ਦੇਣ ਤੋਂ ਸਰਕਾਰ ਭੱਜ ਰਹੀ ਹੈ। ਔਰ ਉਹਦੇ ਉਲਟ 10,000 ਮੁਲਾਜ਼ਮਾਂ ਦੀ ਜਿਹੜੀ ਹੈ ਡਿਊਟੀ ਲਾਤੀ ਹੈ ਕਿ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਿਆ ਜਾਵੇ। ਜੇ ਕੋਈ ਅੱਗ ਲਾਉਂਦਾ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਉਹ ਸਖਤੀ ਕੀਤੀ ਜਾਵੇ, ਪਰਚੇ ਕੀਤੇ ਜਾਣ। ਸੋ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਦੇ ਹਾਂ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ
ਕਿ ਜੇ ਤੁਸੀਂ ਅੱਗ ਲਾਉਣ ਤੋਂ ਕਿਸਾਨ ਨੂੰ ਰੋਕਣਾ ਹੈ, ਪਰਾਲੀ ਸਾੜਨ ਤੋਂ ਰੋਕਣਾ ਹੈ, ਤੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜਾ ਉਹ ਮੁਆਵਜ਼ਾ ਦਿਓ, ਇਨਸੈਂਟਿਵ ਦਿਓ ਪਹਿਲਾਂ। ਔਰ ਇਹਨਾਂ ਨਾਮਾਤਰ ਰਾਸ਼ੀ ਜਿਹੜੀ ਹੈ 2500 ਦੀ ਐਲਾਨ ਕੀਤੀ ਸੀ, ਉਹਨੂੰ ਦੇਣ ਤੋਂ ਇਹ ਅਸਮਰੱਥ ਹੈ। ਸੋ ਇਹ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿਸਾਨਾਂ ਦਾ ਜਿਹੜਾ ਸਰਕਾਰ ਦੇ ਨਾਲ ਇਸ ਸੰਬੰਧ ਦੇ ਵਿੱਚ ਟਕਰਾਓ ਹੋਵੇਗਾ, ਕਿਉਂਕਿ ਜੇਕਰ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਤਾਂ ਸਾਨੂੰ ਜਿਹੜੀ ਹੈ ਉਹ ਅੱਗ ਲਾਉਣੀ ਪਏਗੀ, ਕਿਉਂਕਿ ਸਾਡੀ ਮਜਬੂਰੀ ਹੈ, ਕਿਉਂਕਿ ਇਹ ਲੋੜੀਂਦੇ ਸਾਨੂੰ ਜਿਹੜੇ ਹੈ ਉਹ ਮਸ਼ੀਨਰੀ ਵੀ ਜਿਹੜੀ ਹੈ ਉਹ ਸਾਨੂੰ ਮੁਹੱਈਆ ਨਹੀਂ ਕਰਵਾ ਰਹੀ। ਉਹਦਾ ਕਹਿੰਦਾ ਮੁਹੱਈਆ ਕਰਵਾ ਰਹੇ ਆ। ਦੇਖੋ ਕਰਵਾ ਰਹੇ ਹੋ, ਲੋੜ ਜੋਗੀ ਨਹੀਂ ਕਰਵਾ ਰਹੇ ਨਾ। ਹੁਣ ਮੰਨ ਲਓ ਜੇ ਕਰਵਾਈ ਜਾ ਰਹੀ ਆ ਮਸ਼ੀਨਰੀ ਮੁਹੱਈਆ, ਮੈਂ ਬਿਲਕੁਲ ਤੁਹਾਡੀ ਗੱਲ ਨੂੰ ਮੰਨ ਲੈਣਾ ਇਸ ਚੀਜ਼ ਨੂੰ, ਉਹ ਸਿਰਫ ਉਹਨੂੰ ਲਾਭ ਮਿਲ ਗਿਆ ਨਾ ਜਿਹਨੇ ਮਸ਼ੀਨਰੀ ਲੈ ਲਈ, ਉਹ ਫਿਰ ਉਹਨੂੰ ਕੀ ਕਰੂਗਾ ਕਿ ਉਹਦੇ ਉੱਤੇ ਆਪਣੀ ਕਮਾਈ ਨੂੰ ਮੁੱਖ ਰੱਖ ਕੇ, ਜਾਂ ਤਾਂ ਉਹਦੇ ਤੇ ਇਹ ਤੈਅ ਹੋਵੇ ਕਿ ਉਹਦੇ ਉੱਤੇ ਉਹਦਾ ਇੱਕ ਮਾਰਜਨ ਤੈਅ ਹੋਵੇ ਕਿ ਇਹ ਸਿਰਫ ਲਾਗਤ ਖਰਚਿਆਂ ਦੇ ਉੱਤੇ ਜਿਹੜਾ ਹੈ, ਜਾਂ ਆਪਣੀ ਉਹਦੀ ਜਿਹੜੀ ਕੋਈ ਲੇਬਰ ਆਊਗੀ ਉਹਨੂੰ ਮੁੱਖ ਰੱਖ ਕੇ ਬਾਕੀ ਕਿਸਾਨਾਂ ਨੂੰ ਵੀ ਉਹਦਾ ਲਾਭ ਮਿਲੇ। ਤੇ ਜੇਕਰ ਉਹਦੇ ਤੇ ਮੰਨ ਲਓ ਉਹ ਇਹ ਤੈਅ ਕਰ ਲੈਂਦਾ ਕਿ ਉਹ 5 ਜਾਂ 6 ਹਜ਼ਾਰ ਲੈ ਕੇ ਪਰਾਲੀ ਦੀ ਸੰਭਾਲ ਕਰੂਗਾ, ਤਾਂ ਉਹ ਇੱਕ ਕਿਸਾਨ ਜਿਹੜਾ ਹੈਗਾ 5-6 ਹਜ਼ਾਰ ਦੇਣ ਦੇ ਸਮਰੱਥ ਹੋਵੇ ਇੱਕ ਉਸ ਗੱਠਾ ਬੰਨਣ ਵਾਲੀ ਮਸ਼ੀਨ ਦਾ, ਤਾਂ ਫਿਰ ਤਾਂ ਉਹਨੂੰ ਕਲਟੀਵੇਟ ਵੀ ਕਰਵਾ ਲਵੇਗਾ ਉਹ ਕਿਸੇ ਨਾ ਕਿਸੇ ਢੰਗ ਨਾਲ। ਮਸਲਾ ਤਾਂ ਆਹੀ ਹੈ ਨਾ ਕਿ ਕਿਸਾਨ ਦੀ ਜੇਬ ਦੇ ਉੱਤੇ ਬੋਝ ਪੈਣਾ ਵਾ, ਉਹਦੇ ਨਾਲ ਸਿਰਫ ਕੁਝ % ਕਿਸਾਨਾਂ ਦੀ ਜਿਹੜੀ ਸਮੱਸਿਆ ਦਾ ਹੱਲ ਹੋਣਾ ਹੈ ਜਿਹੜੇ ਸਿੱਧੇ ਉਸ ਮਸ਼ੀਨ ਨੂੰ ਲੈ ਰਹੇ ਨੇ। ਸੋ ਉਸ ਦੇ ਨਾਲ ਹੀ ਤੁਹਾਡੀ ਜਿਹੜੀ ਰਜਿਸਟਰੀਆਂ ਵਾਲਾ ਮਾਮਲਾ ਤੁਹਾਡਾ ਉੱਥੇ ਦਾ ਉੱਥੇ ਰਹਿ ਗਿਆ, ਜਿਹੜਾ NOC 2 ਏਕੜ 2 ਕਨਾਲਾਂ ਤੋਂ ਘੱਟ ਵਾਲੀ ਗੱਲ ਸੀਗੀ। ਸਿਰਫ ਇੱਕ ਚੀਜ਼ ਨੂੰ ਰੱਖ ਕੇ ਤੇ ਮੈਂ ਅੱਗੇ ਜਿਹੜਾ ਉਹ ਭੰਗੂ ਸਾਹਿਬ ਗੱਲ ਕਰਨਗੇ ਕਿ ਮੈਂ ਸਿਰਫ ਇੱਕ ਚੀਜ਼ ਦੇ ਉੱਤੇ ਹੋਰ ਵਿਸ਼ੇਸ਼ ਤੌਰ ਤੇ ਜ਼ੋਰ ਦੇ ਰਿਹਾ ਕਿ 2 ਅਗਸਤ ਦੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਜੀ ਇਹ ਮੰਨੇ ਸੀਗੇ ਕਿ ਜਿਹੜੇ 2007 ਦੀ ਪਾਲਿਸੀ ਵਾਲੇ ਸਰਕਾਰ ਦੀ ਹੀ ਮਿਸਟੇਕ ਕਰਕੇ ਕਰੀਬ 70,000 ਏਕੜ ਰਕਬਾ, ਜਿਹਦੇ ਨਾਲ 19,200 ਕਿਸਾਨ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ, 70,000 ਏਕੜ ਦੇ ਇੰਤਕਾਲ ਰੱਦ ਕੀਤੇ ਹੋਏ ਆ ਪਿਛਲੇ ਸਮੇਂ ਸਰਕਾਰ ਨੇ। ਉਹਨਾਂ ਦੇ ਇੰਤਕਾਲ ਬਹਾਲ ਕਰਨ ਵਾਸਤੇ ਸਰਕਾਰ ਮੰਨੀ ਸੀ ਕਿ ਅਸੀਂ ਇੰਤਕਾਲ ਬਹਾਲ ਕਰ ਦਿਆਂਗੇ, ਕੋਈ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਨਹੀਂ ਲਿਆਂਦੀ। ਆਬਾਦਕਾਰ ਕਿਸਾਨਾਂ ਨੂੰ ਉਜਾੜਨ ਦੀ ਪ੍ਰਕਿਰਿਆ ਜੋ ਸਰਕਾਰ ਚਲਾ ਰਹੀ ਸੀ, ਉਹਦੇ ਤੇ ਸਰਕਾਰ ਮੰਨੀ ਸੀ ਕਿ ਅਸੀਂ ਜਲਦੀ ਕਾਨੂੰਨ ਲਿਆ ਕੇ ਤੇ ਮਾਲਕੀ ਹੱਕ ਜਿਹੜੇ ਆ ਉਹ ਦਵਾਵਾਂਗੇ, ਪਰ ਸਰਕਾਰ ਸਾਰੇ ਇਹਨਾਂ ਵਾਅਦਿਆਂ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ, ਜਿਸ ਕਰਕੇ 30 ਸਤੰਬਰ ਨੂੰ ਸਾਨੂੰ ਜਿਹੜੇ ਮੁਲਤਵੀ ਕੀਤੇ ਹੋਏ ਆਪਣਾ ਪ੍ਰੋਗਰਾਮ ਹੈ ਰੋਡ ਜਾਮ ਕਰਨ ਦਾ, ਕਿਹੜੀ ਜਗ੍ਹਾ ਤੇ ਰੋਡ ਜਾਮ ਕੀਤੇ ਜਾਣਗੇ, ਕਿੰਨੇ? ਇਹ ਵੇਖੋ ਜੀ 8 ਪੁਆਇੰਟ ਨੇ ਸਾਡੇ। 8 ਪੁਆਇੰਟ ਸਾਡੇ ਜਿਹੜੇ ਆ ਇਹਦੇ ਵਿੱਚ ਇੱਕ ਤਾਂ ਧਾਰੀਵਾਲ ਹੈ ਜਿਹੜਾ ਗੁਰਦਾਸਪੁਰ ਦੇ ਵਿੱਚ, ਇੱਕ ਮਕੇਰੀਆਂ ਹੁਸ਼ਿਆਰਪੁਰ ਦੇ ਵਿੱਚ, ਇੱਕ ਫਾਜ਼ਿਲਕਾ ਦੇ ਵਿੱਚ ਚੁੰਗੀ ਨੰਬਰ 7 ਹੈ ਸ਼ਾਇਦ, ਕਿਵੇਂ ਹੈ ਜੀ ਕੁਛ, ਇੱਕ ਗੁੰਜਾਲ ਹੈ ਉਧਰ ਅਬੋਹਰ ਸਾਈਡ ਵੱਲ, ਫਤਿਹਗੜ੍ਹ ਸਾਹਿਬ ਹੈ। ਸੋ ਇਸ ਤਰ੍ਹਾਂ ਕਰਕੇ ਇਹ ਸਾਡੇ ਜਿਹੜੇ ਆ ਕਿੰਨੇ ਤੋਂ ਕਿੰਨੇ ਸਮੇਂ ਲਈ ਕੀਤੇ ਜਾਣਗੇ? ਕਰੀਬ ਸਮਾਂ ਜਿਹੜਾ ਵੇਖੋ ਜੀ ਇਹਦੇ 'ਚ ਟਾਈਮ ਤੇ ਸਾਡਾ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਸਮੇਂ ਨਹੀਂ ਦੱਸਣਾ, ਅਸੀਂ ਬੈਠਣਾ ਹੈ ਉੱਥੇ, ਬਾਕੀ ਫਿਰ ਉੱਥੇ ਸਮਾਂ ਜਿਹੜਾ ਇਹ ਦੱਸੂਗਾ ਕਿ ਇਹ ਕਿੰਨੇ ਸਮੇਂ ਵਾਸਤੇ ਜਿਹੜਾ ਇਹ ਚੱਲੂਗਾ। ਸੋ ਅਗਲੀ ਜਿਹੜੀ ਇੱਕ ਸਵਾਲ ਹੋਰ ਸਰ, 2500 ਮਸ਼ੀਨਾਂ ਦੀ ਗੱਲ ਕੀਤੀ ਯਾਰ, ਇਹ ਕਹਿੰਦੇ ਕਿ ਅਸੀਂ 2500 ਮਸ਼ੀਨਾਂ ਦੇ ਆਰਡਰ ਦੇ ਦਿੱਤੇ ਨੇ ਔਰ 2500 ਮਸ਼ੀਨਾਂ ਦੀ ਜਿਹੜੀਆਂ ਪਰਾਲੀ ਨੂੰ ਨਾ ਸਾੜਨ ਵਾਸਤੇ ਜੀ, ਠੀਕ ਹੈ। ਅੱਛਾ, ਇਹਦੇ ਤੇ ਜਵਾਬ ਹੈ ਜੀ ਇਹ ਆਰਡਰ ਤੁਹਾਨੂੰ ਲੱਗਦਾ ਹੈ 2500 ਮਸ਼ੀਨਾਂ ਦੀ ਗੱਲ ਜਦੋਂ ਕਰਨਗੇ, ਇੱਕ ਸੈਕਿੰਡ ਸਰ, ਇੱਕ ਸੈਕਿੰਡ 2 ਕਿੱਲੇ ਵਾਲੇ ਇੱਕ ਮਿੰਟ ਮਾਈਕ ਅੰਦਰ ਗੱਲ ਕਰਨਾ ਜੀ ਕਰ ਰਿਹਾ। ਹਾਂਜੀ, 2500 ਮਸ਼ੀਨ ਦੀ ਜਦੋਂ ਗੱਲ ਕਰਦੇ ਆ ਕਿ 2 ਕਿੱਲੇ ਵਾਲਾ ਕਿਸਾਨ ਆ ਉਹ 2500 ਮਸ਼ੀਨ ਜਿਹੜੀ ਆ ਦੇ ਰਹੇ ਆ, ਉਹਨੂੰ ਖਰੀਦਣ ਦੇ ਲਾਇਕ ਹੈ ਕਿੰਨਾ ਬੰਨਣ ਵਾਲੇ ਨੂੰ? ਜਿਸ ਤਰ੍ਹਾਂ ਭੋਇਰਾ ਜੀ ਨੇ ਗੱਲ ਕੀਤੀ ਕਿ ਜਿਹੜਾ ਛੋਟਾ ਕਿਸਾਨ ਹੈ ਉਹਦੀ ਜੇਬ ਤੇ ਤਾਂ ਬੋਝ ਪਏਗਾ। ਕਿਸਾਨ ਕਰਜ਼ੇ ਦੀ ਮਾਰ ਹੇਠ ਹੈ, ਕਿਸਾਨ ਝੋਨੇ ਦੀ ਫਸਲ ਮਰ ਚੁੱਕੀ ਹੈ ਬਹੁਤ ਥਾਵਾਂ ਦੇ ਉੱਤੇ, ਉਹਦੀ ਗਿਰਦਾਵਰੀ ਕਰਨ ਦੀ ਬਜਾਏ ਸਰਕਾਰ ਜਿਹੜੀ ਹੈ ਇਹ ਹਵਾਈ ਜਿਹੜੀਆਂ ਗੱਲਾਂ ਕਰਦੀ ਹੈ। ਜੇਕਰ ਕਰਨਾ ਹੈ ਤਾਂ ਸਿੱਧਾ ਕਿਸਾਨ ਦੇ ਖਾਤੇ ਦੇ ਵਿੱਚ ਉਹਨੂੰ ਬਣਦਾ ਇਨਸੈਂਟਿਵ ਦੇਵੇ ਸਰਕਾਰ, ਤਾਂ ਕਿ ਉਹ ਆਪਣੇ ਫਸਲ ਦੀ ਰਹਿੰਦ ਖੂੰਹਦ ਨੂੰ ਸਾਂਭ ਸਕੇ। ਤੁਹਾਡੇ ਕਹਿਣ ਦਾ ਕਿ ਫੋਕੀਆਂ ਗੱਲ ਬਿਲਕੁਲ ਫੋਕੀਆਂ ਗੱਲਾਂ ਜੀ। ਜੇਕਰ ਜਿਸ ਮਸ਼ੀਨਰੀ ਨੂੰ ਚਲਾਉਣ ਵਾਸਤੇ 75 ਹਾਰਸ ਪਾਵਰ ਟਰੈਕਟਰ ਚਾਹੀਦਾ ਹੋਵੇ, ਕੀ ਉਹ 5 ਕਿੱਲੇ ਵਾਲਾ 10 ਕਿੱਲੇ ਵਾਲਾ ਇਹਦਾ ਵੱਡਾ ਟਰੈਕਟਰ ਖਰੀਦ ਸਕਦਾ ਹੈ? ਕੀ ਇਸ ਪਹੁੰਚ ਦਾ ਮਾਲਕ ਹੈ ਉਹ ਕਿਸਾਨ? ਨਹੀਂ। ਉਹਦੀ ਜੇਬ ਤੇ ਉਸੇ ਤਰ੍ਹਾਂ ਹੀ ਬੋਝ ਪਏਗਾ, ਉਸੇ ਤਰ੍ਹਾਂ ਹੀ ਕਿਸਾਨ ਜਿਹੜਾ ਆ ਉਹ ਰਹਿੰਦ ਖੂੰਹਦ ਨੂੰ ਅੱਗ ਲਾਉਣ ਲਈ ਮਜਬੂਰ ਹੋਏਗਾ। ਅਸੀਂ ਵੀ ਵਾਤਾਵਰਨ ਪ੍ਰੇਮੀ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦੇ ਵਾਤਾਵਰਨ ਨੂੰ ਬਚਾਇਆ ਜਾਵੇ,
ਪਰ ਇਸ ਦਾ ਮਤਲਬ ਇਹ ਨਹੀਂ ਕਿ ਵਾਤਾਵਰਣ ਦੇ ਨਾਂ ਦੇ ਉੱਤੇ ਅਸੀਂ ਕਿਸਾਨਾਂ ਦੇ ਗਲਾਂ ਦੇ ਵਿੱਚ ਫਾਹੇ ਪਾਉਣ ਵਾਸਤੇ ਸਰਕਾਰ ਦੇ ਨਾਲ ਸਹਿਮਤੀ ਦੇ ਦਈਏ। ਸਰਕਾਰ 2500 ਰੁਪਈਆ ਜਿਹੜਾ ਸਿੱਧਾ ਸਿੱਧਾ ਇਹਨਾਂ ਨੇ ਬਿਆਨ ਦਿੱਤੇ ਸੀ, ਤੁਸੀਂ ਵੀ ਸੁਣੇ ਹੋਣੇ ਆ ਕਿ 1500 ਰੁਪਈਆ ਜਿਹੜਾ ਸੈਂਟਰ ਸਰਕਾਰ ਦੇਵੇਗੀ, 500 ਦਿੱਲੀ ਸਰਕਾਰ ਦੇਵੇਗੀ, 500 ਪੰਜਾਬ ਸਰਕਾਰ ਦੇਵੇਗੀ। ਕੇਂਦਰ ਹੋ ਗਈ ਨਾ ਹਵਾ ਵਾਲੀ ਗੱਲ। ਕੇਂਦਰ ਸਰਕਾਰ ਨੇ ਤਾਂ ਮਨਾ ਹੀ ਕਰ ਦਿੱਤਾ, ਉਹ ਕਹਿੰਦੇ ਜੀ ਵੀ ਪੰਜਾਬ ਸਰਕਾਰ ਜਿਹੜਾ ਵਾ ਉਪਰਾਲਾ ਕਰੂਗੀ ਪੰਜਾਬ। ਤੇ ਫਿਰ ਸਰਕਾਰਾਂ ਦੇ ਕੰਮ ਸਰਕਾਰਾਂ ਨੇ ਤੈਅ ਕਰਨੇ ਹੁੰਦੇ ਆ। ਜੇ ਸਰਕਾਰ ਨਾਲ ਇਹਨਾਂ ਨੇ ਸੈਂਟਰ ਨਾਲ ਗੱਲ ਨਹੀਂ ਕੀਤੀ ਤੇ ਫਿਰ ਦਾਅਵੇ ਵਾਅਦੇ ਕਰਨ ਦੀ ਕੀ ਲੋੜ ਸੀ? ਬਾਅਦ ਚੋਂ ਕਹਿੰਦੇ ਸੀ ਵੀ ਪੰਜਾਬ ਸਰਕਾਰ ਆਪਣੇ ਕਿੰਨੀ ਉਪਰਾਲਾ ਕਰ ਰਹੀ ਹੈ। ਪੰਜਾਬ ਸਰਕਾਰ ਆਪਣੇ ਕੰਨੀਓ ਉਪਰਾਲਾ ਕਰ ਰਹੀ ਹੈ, ਪਰ ਉਹਦੇ ਵਿੱਚੋਂ ਉਹਨਾਂ ਨੇ ਗਰਾਊਂਡ ਤੇ ਕੀ ਕੀਤਾ? ਗਰਾਊਂਡ ਤੇ ਉਹ ਮਸ਼ੀਨਾਂ ਲੈਣ ਦੀਆਂ ਜਿਹੜੀਆਂ ਕਿਸਾਨ, ਜਿਹੜਾ ਛੋਟਾ ਕਿਸਾਨ ਉਹ ਵਰਤ ਹੀ ਨਹੀਂ ਸਕਦਾ। ਕੁੱਲ ਮਿਲਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਪਰਾਲੀ ਨੂੰ ਅੱਗ ਲਾਈ। ਬਿਲਕੁਲ ਜੀ, ਜੇਕਰ ਮਜਬੂਰਨ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਦਾਅਵੇ ਫੋਕੇ ਦਾਅਵੇ ਵਾਅਦਿਆਂ 'ਚ ਉਲਝਾਇਆ ਗਿਆ ਤੇ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਤੇ ਅਸੀਂ ਜਥੇਬੰਦੀਆਂ ਦੀ ਸਾਡੀ ਮਜਬੂਰੀ ਹੋਏਗੀ ਕਿ ਉਹਨਾਂ ਕਿਸਾਨਾਂ ਦੀ ਬਾਂਹ ਪਾਣੀ ਚਲੋ ਕਹਿੰਦੇ ਅਸੀਂ ਐਕਸ਼ਨ ਲਵਾਂਗੇ, ਅਸੀਂ ਪਰਚੇ ਦਰਜ ਕਰਾਂਗੇ। ਤਾਂ ਬਿਲਕੁਲ ਕੋਈ ਨਹੀਂ ਜੀ, ਅੱਗੇ ਵੀ ਪਰਚੇ ਦਰਜ ਹੈ। ਚੰਡੀਗੜ੍ਹ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਸ ਦਿਨ ਲਾਸਟ ਮੀਟਿੰਗ ਸੀਐਮ ਭਗਵੰਤ ਮਾਨ ਜੀ ਹੁਣਾਂ ਨਾਲ ਹੋਈ ਸੀ, ਉਸ ਦਿਨ ਉਹਨਾਂ ਨੇ ਕਿਹਾ ਸੀ ਪਿਛਲੇ ਪਰਚੇ ਜਿਹੜੇ ਉਹ ਸਾਰੇ ਰੱਦ ਕਰਾਂਗੇ। ਕਰੋਨਾ ਕਾਲ ਦੇ ਵਿੱਚ ਵੀ, ਪਰਾਲੀ ਸਾੜਨ ਵਾਲੇ ਵੀ, ਕਿਸਾਨ ਅੰਦੋਲਨ ਦੇ ਸਮੇਂ ਦੇ ਵੀ। ਜੇ ਉਹ ਰੱਦ ਨਹੀਂ ਹੋਏ ਤਾਂ ਕੀ ਕਿਸਾਨ ਫਾਹੇ ਲੱਗ ਗਿਆ? ਜੇਕਰ ਸਰਕਾਰ ਸਾਨੂੰ ਮਜਬੂਰ ਕਰੇਗੀ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਪਰਾਲੀ ਨੂੰ ਅੱਗ ਵੀ ਲਾਵਾਂਗੇ। ਪਰਚੇ ਦਰਜ 10,000 ਮੁਲਾਜ਼ਮ ਤੁਸੀਂ ਆਪ ਵੀ ਆਪਦੇ ਮੂੰਹ ਵੀ ਮੰਨਦੇ ਵੀ 10,000 ਮੁਲਾਜ਼ਮ ਤਾਂ ਉਹਨਾਂ ਨੇ ਤੈਨਾਤ ਹੀ ਕਰਦੇ ਵੀ ਜੇ ਕੋਈ ਅੱਗ ਲਾਉਂਦਾ ਤਾਂ ਉਹਦੇ ਤੇ ਐਕਸ਼ਨ ਲਿਆ ਜਾਵੇ। ਸਰਕਾਰਾਂ ਅੱਗੇ ਵੀ ਤੈਨਾਤ ਕਰਦੀਆਂ ਜੀ, ਅੱਗੇ ਪਟਵਾਰੀਆਂ ਤੋਂ ਲੈ ਕੇ ਜਿੰਨੇ ਵੀ ਖੇਤੀਬਾੜੀ ਅਫਸਰ ਹੈ ਸਾਰੇ ਉਹ ਤੈਨਾਤ ਹੁੰਦੇ ਆ ਜੀ, ਪੁਲਿਸ ਅਫਸਰ ਨਾਲ ਲਾਏ ਜਾਂਦੇ ਆ। ਸਾਡੀ ਮਜਬੂਰੀ ਹੈ, ਸਾਨੂੰ ਚਾਹ ਨਹੀਂ ਹੈ ਕੋਈ ਕਿ ਅਸੀਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜੀਏ ਜਾਂ ਵਾਤਾਵਰਣ ਨੂੰ ਖਰਾਬ ਕਰੀਏ। ਅਸੀਂ ਚਾਹੁੰਦੇ ਹਾਂ ਸਰਕਾਰ ਸਾਡੇ ਨਾਲ ਰਲ ਕੇ ਇਸ ਤਰ੍ਹਾਂ ਦੀ ਪਾਲਿਸੀ ਨੂੰ ਅਖਤਿਆਰ ਕਰੇ ਜਿਹੜੀ ਸਾਨੂੰ ਪਰਾਲੀ ਸਾੜਨ ਦੇ ਵਿੱਚ ਸਾਨੂੰ ਮਜਬੂਰ ਨਾ ਕਰੇ। ਠੀਕ ਭੰਗੂ ਸਾਹਿਬ ਤੁਹਾਨੂੰ ਮਾਈਕ ਇੱਕ ਮਿੰਟ ਸਰ, ਇੱਕ ਮਿੰਟ। ਹਾਂਜੀ ਨਹੀਂ ਕਰਦੇ ਤੁਸੀਂ ਜਨਰਲ ਦੀ ਗੱਲ ਕਰ ਲਈਏ। ਹਾਂਜੀ ਸਰ, ਤੁਸੀਂ ਕਹਿਣਾ ਚਾਹੋਗੇ? ਹਾਂਜੀ ਅੰਗੂ ਸਾਹਿਬ ਕੀ ਲੱਗਦਾ ਹੈ ਕਿ ਪਿਛਲੀ ਸਰਕਾਰਾਂ ਵਾਂਗੂ ਇਹ ਵੀ ਸਰਕਾਰ ਉਦਾਂ ਹੀ? ਦੇਖੋ ਅੱਜ ਦੇ ਹਾਲਾਤ ਤਾਂ ਦੇਖਦੇ ਜਿਵੇਂ ਸਾਡੇ ਨਾਲ ਵਾਅਦਾ ਖਿਲਾਫੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਰੀ ਆ, ਉਹਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ ਲੱਗਦਾ ਵੀ ਇਹ ਸਰਕਾਰ ਵੀ ਮੇਰੇ ਖਿਆਲ 'ਚ ਜਿਵੇਂ ਪਹਿਲੀਆਂ ਸਰਕਾਰਾਂ ਸੈਂਟਰ ਦੀ ਹੋਰ ਤਰਜਮਾਨੀ ਕਰਦੀਆਂ ਸਨ, ਇਹ ਸਰਕਾਰ ਵੀ ਉਸੇ ਤਰ੍ਹਾਂ ਜਿਵੇਂ ਵੀ ਅੱਜ ਕੇਜਰੀਵਾਲ ਜਾਂ ਰਾਘਵ ਚੱਡਾ ਜੀ ਦੀ ਇੰਟਰਫੇਅਰ ਇੰਨੀ ਜ਼ਿਆਦਾ, ਕਿਉਂਕਿ ਇਹ ਵੀ ਐਮਐਲਏ ਮੰਤਰੀ ਉਹੀ ਚੱਕਰਾਂ 'ਚ ਘਿਰੇ ਹੋਏ ਆ। ਸੋ ਇਸ ਕਰਕੇ ਜਿਹੜੀ ਵਾਅਦਾ ਖਿਲਾਫੀ ਕਰੀ ਆ ਉਹਦੇ ਬਾਰੇ ਸਾਡੇ ਕਿਸਾਨ ਆਗੂ ਸਾਹਿਬਾਨਾਂ ਨੇ ਅੱਜ ਪ੍ਰਧਾਨ ਮੰਤਰੀ ਨੇ ਦੱਸਤਾ। ਤੁਹਾਡੇ ਹਿਸਾਬ ਨਾਲ ਮਤਲਬ ਕਿ ਸਰਕਾਰ ਰਾਘਵ ਚੱਡਾ ਔਰ ਕੇਜਰੀਵਾਲ ਚਲਾ ਰਹੇ ਨੇ, ਭਗਵੰਤ ਮਾਨ ਨਹੀਂ? ਅਗਰ ਸਹੀ ਮਾਇਨਿਆਂ 'ਚ ਸੋਚਿਆ ਜਾ ਗਿਆ, ਅਗਰ ਭਗਵੰਤ ਸਿੰਘ ਮਾਨ ਸਰਕਾਰ ਚਲਾਉਣੀ ਵੀ ਚਾਹੁੰਦੇ ਆ, ਪਰ ਰਾਘਵ ਚੱਡਾ ਤੇ ਜਿਹੜਾ ਕਹਿ ਲਈਏ ਕੇਜਰੀਵਾਲ ਬਹੁਤ ਜ਼ਿਆਦਾ ਇੰਟਰਫੇਅਰਸ ਆ। ਪੰਜਾਬ ਦੇ ਜਿੰਨੇ ਵੀ ਐਮਐਲਏ ਮੰਤਰੀ ਆ ਉਹ ਤਾਂ ਕੱਲ ਦਿੱਲੀ ਬੈਠੇ ਸੀ ਤੇ ਸਰਕਾਰ ਪੰਜਾਬ ਤਾਂ ਵਿਹਲਾ ਸੀ। ਜਿਹਦੀ ਸਰਕਾਰ ਆ 92 ਐਮਐਲਏ ਨੇ, 92 ਐਮਐਲਏ ਤੋਂ ਬਾਅਦ ਮੰਤਰੀ ਬਣੇ, ਸੀਐਮ ਬਣੇ, ਤਾਂ 92 ਤਾਂ ਦਿੱਲੀ ਬੈਠੇ ਸੀ। ਸਰਕਾਰ ਕਿਵੇਂ ਚੱਲੂਗੀ ਜੀ? ਦੂਜੀ ਗੱਲ, ਸਰਕਾਰ ਨੇ 126 ਬੀਜ ਦੀ ਆਪ ਸਿਫਾਰਿਸ਼ ਕੀਤੀ ਸੀ, ਸਿੱਧੀ ਬਜਾਈ 126 ਕਰੋ, ਤੁਹਾਨੂੰ 1500 ਰੁਪਈਆ ਅਸੀਂ ਕੰਪਨਸੇਸ਼ਨ ਦੇਵਾਂਗੇ। ਪਰ 126 ਦੀ ਤਾਂ ਵਧਾਈ ਹੋ ਰਹੀ ਆ, ਸਰਕਾਰ ਦਿੱਲੀ ਬੈਠੀ ਆ, ਤੇ ਕਿਵੇਂ ਚੱਲੂਗਾ ਕੰਮ? ਤੇ ਜਦੋਂ ਗਰਦੌਰੀਆਂ ਨਹੀਂ ਅੱਜ ਤੱਕ ਹੋਈਆਂ ਤਾਂ 1500 ਕਿਸਾਨਾਂ ਨੇ ਕੀ ਕਰਨਾ? ਜਿਹੜੀ ਸਿੱਧੀ ਬਜਾਈ ਕਰੀ ਸੀ, ਜਿੱਕਣ 15 ਬਾਸਮਤੀ ਆ। ਸੀਐਮ ਸਾਹਿਬ ਨੇ ਜਿਹੜੀ ਸਾਡੇ ਨਾਲ 17 ਅਪ੍ਰੈਲ ਨੂੰ ਮੀਟਿੰਗ ਕੀਤੀ ਸੀ ਉਹਦੇ ਵਿੱਚ ਕਲੀਅਰ ਕਿਹਾ ਸੀ ਐਮਐਸਪੀ ਬਾਸਮਤੀ ਤੋਂ ਦੇਵਾਂਗੇ। ਬਾਸਮਤੀ ਅੱਜ ਮੰਡੀਆਂ 'ਚ, ਸੀਐਮ ਸਾਹਿਬ ਕਿੱਥੇ ਨੇ? ਸੋ ਸਾਰੀਆਂ ਗੱਲਾਂ ਹਵਾ 'ਚ ਹੈਗੀਆਂ। ਜਿਹੜੀ ਵਾਅਦਾ ਖਿਲਾਫੀ ਬਿਲਕੁਲ ਵਾਅਦਾ ਖਿਲਾਫੀ ਆ। ਸਾਡੇ ਨਾਲ ਜਿਹੜੀ ਮੀਟਿੰਗ ਵੀ 7 ਤਰੀਕ ਨੂੰ ਕਹੀ ਸੀ ਵੀ ਜਿਹੜੀਆਂ ਤੁਹਾਡੀਆਂ ਪੈਂਡਿੰਗ ਮੰਗਾਂ ਜਾਂ ਕੋਈ ਹੋਰ ਰਹਿ ਗਈ ਉਹਦੇ ਬਾਰੇ ਇੱਥੇ ਹੀ ਦੇ ਕੇ ਤੋਰੂੰਗਾ ਜੀ ਮੈਂ। ਐਡੀ ਗੱਲ ਸੀਐਮ ਸਾਹਿਬ ਨੇ ਆਪਣੇ ਟੇਬਲ ਤੇ ਕਹੀ ਸੀ। ਫਿਰ ਇਹ ਗੱਲਾਂ ਹਵਾ 'ਚ ਆ। ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਲਿਪੀ ਸਕਿਨ ਬਾਰੇ ਪਸ਼ੂ ਧਨ ਦਾ ਨੁਕਸਾਨ ਹੋਇਆ, ਬਾਸਮਤੀ ਤੇ ਐਮਐਸਪੀ ਨਹੀਂ ਦਿੱਤੀ, ਹੁਣ ਤੱਕ ਐਲਾਨ ਨਹੀਂ ਕਰਿਆ। ਬਾਸਮਤੀ ਵੀ ਮੰਡੀਆਂ 'ਚ ਵੀ ਚਲੇ ਗਈ। ਜਿਹੜੀ 126 ਦੀ ਸਿੱਧੀ ਬਿਜਾਈ ਕਰਾਈ ਸੀਗੀ ਉਹਦੇ ਬਾਰੇ ਜਿਹੜਾ ਤੁਸੀਂ ਸਾਡੇ ਰੜਾ ਸਾਹਿਬ ਨੂੰ ਸਵਾਲ ਕੀਤਾ ਸੀਗਾ ਪਰਾਲੀ ਦੇ, ਉਹਦੇ ਪਰਾਲੀ ਦੇ ਤਾਂ ਸਾਡੇ ਕੋਲ ਆਰਡਰ ਪਏ ਨੇ, ਅਸੀਂ ਕੇਸ ਜਿੱਤੇ ਹੋਏ ਨੇ ਹਾਈ ਕੋਰਟ ਦੇ ਵਿੱਚ। ਅਗਰ ਸਰਕਾਰ ਪਰਚੇ ਦਰਜ ਕਰਨੀ ਆ, ਸਰਕਾਰ ਨੇ 10,000 ਮੁਲਾਜ਼ਮ ਤੁਹਾਡੇ ਹਿਸਾਬ ਨਾਲ ਪੱਤਰਕਾਰ ਦੋਸਤੋ ਤੁਸੀਂ ਕਹਿੰਦੇ ਹੋ ਮੁਲਾਜ਼ਮ ਲਾਤਾ। 20 ਦਿਨ ਦੇ ਡੀਸੀ ਸਾਹਿਬਾਨਾਂ ਨੂੰ ਸਾਡੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿੱਥੇ ਝੋਨੇ ਦਾ ਫੂਸ ਉੜ ਕੇ ਮਤਲਬ ਖੇਤਾਂ ਦੇ ਖੇਤ ਖਤਮ ਹੋ ਗਏ। 1,00,000 ਏਕੜ ਤੋਂ 8 ਦਿਨ ਪਹਿਲਾਂ ਦੀ ਰਿਪੋਰਟ ਸੀ ਵੀ ਝੋਨਾ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚ। ਉਹਦੀ ਗਿਰਦਾਵਰੀ ਕੌਣ ਕਰਾਊਗਾ?
ਤੇ ਉਹਦੇ ਖਾਤਰ ਪਹਿਲਾਂ ਕਿਉਂ ਨਹੀਂ ਮਤਲਬ ਜਿਹੜਾ ਅੱਜ ਇੰਨੇ ਪਰਾਲੀ ਦੇ ਧੂਏ ਤੋਂ ਸੁਚੇਤ ਹੋਈ ਆ ਮੁਲਾਜ਼ਮ ਲਾਤੇ, ਤਾਂ ਗਿਰਦਾਵਰੀਆਂ ਤੋਂ ਨੇ ਤਾਂ ਹੋ ਨਹੀਂ ਰਹੀਆਂ। ਤੇ ਇਹ ਹਾਲਾਤਾਂ ਨੂੰ ਦੇਖ ਕੇ ਪਹਿਲਾਂ ਸਰਕਾਰ ਕਿੱਥੇ ਗਈ ਸੀ? ਇਹਦੇ ਵਿੱਚ ਜਿਹੜੇ ਯੂਨੀਵਰਸਿਟੀ ਦਾ ਬੀਜ ਹੈ, ਮੈਂ ਕਹਿਣਾ ਚਾਹੁੰਦਾ 131 ਵਗੈਰਾ ਬਹੁਤ ਜ਼ਿਆਦਾ ਸਿਫਾਰਿਸ਼ ਸੀ। ਮਾਰਚ ਦੇ ਵਿੱਚ ਸਰਕਾਰ ਬਣ ਚੁੱਕੀ ਆ। ਹੁਣ ਅਕਾਲੀ ਦਲ ਨੂੰ ਜਾਂ ਕਾਂਗਰਸ ਤੇ ਬਲੇਮ ਨਹੀਂ ਕਰ ਸਕਦੇ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਖੇਤੀਬਾੜੀ ਮੰਤਰੀ ਉਹ ਤਾਂ ਪਰਚਾ ਹੋਣਾ ਚਾਹੀਦਾ, ਸਾਡੀ ਤਾਂ ਇਹ ਮੰਗ ਆ। ਕਿਉਂਕਿ ਉਹਨੇ ਯੂਨੀਵਰਸਿਟੀ ਦੇ ਜਿਹੜੇ ਅਫੀਸਰ ਸਾਹਿਬਾਨ ਆ, ਜਿਹੜੇ ਡਾਕਟਰ ਨੇ, ਮੀਟਿੰਗ ਕਿਹਨੇ ਕਰਨੀ ਆ? ਪੰਜਾਬ ਦਾ ਕੰਮ ਸੀ, ਪੰਜਾਬ ਨੇ ਬਦਲ ਲਿਆ ਕੇ ਸਰਕਾਰ ਬਣਾਤੀ। ਪਰ ਸਰਕਾਰ ਦਾ ਕੰਮ ਆ ਲੋਕਾਂ ਲਈ, ਜਿਹੜੀ ਅੱਜ ਪਹਿਲਾਂ ਵਾਅਦਾ ਕਰਤਾ ਸੀ ਜਿੰਨੇ ਸੀਐਮ ਸਾਹਿਬ ਨੇ, ਸੀਐਮ ਬਣ ਤੋਂ ਵੀ ਪਿੰਡਾਂ 'ਚ ਚੱਲੂਗੀ, ਮਹੱਲਿਆਂ 'ਚ ਚੱਲੂਗੀ। ਉਹ ਪਿੰਡਾਂ 'ਚ ਤੋਂ ਕੀ ਚੱਲਣੀ ਸੀ, ਮਹੱਲਿਆਂ ਤੋਂ ਕੀ ਚੱਲਣੀ ਆ? ਇਹ ਤਾਂ ਹੁਣ ਦਿੱਲੀ ਤੋਂ ਚੱਲ ਰਹੀ ਆ। ਸੋ ਕਹਿਣ ਤੋਂ ਭਾਵ ਬਹੁਤ ਸਮੱਸਿਆਵਾਂ ਪੰਜਾਬ ਦੀਆਂ ਹੈਗੀਆਂ। ਜਿਵੇਂ ਫਾਜ਼ਿਲਕਾ ਜ਼ਿਲ੍ਹੇ ਦੀ 23 ਜ਼ਿਲ੍ਹੇ ਪੰਜਾਬ ਦੇ ਹੈਗੇ ਆ, ਫਾਜ਼ਿਲਕਾ ਜ਼ਿਲ੍ਹੇ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ। ਉਹ ਮੇਰੇ ਨਾਲ ਬੈਠੇ ਨੇ ਗੁਣਵੰਤ ਸਿੰਘ, ਉਹ ਦੱਸਣਗੇ ਫਾਜ਼ਿਲਕਾ ਜ਼ਿਲ੍ਹੇ ਦੀ ਕਿੰਨੂਆਂ ਦੀ, ਬਾਗਾਂ ਦੀ ਕਿੱਡੀ ਵੱਡੀ ਪ੍ਰੋਬਲਮ ਹੈਗੀ ਆ। ਜਿਹੜਾ ਨਰਮੇ ਨੇ ਸੁੰਡੀ ਜਾਂ ਚਿੱਟੇ ਮੱਛਰ ਨੇ ਖਤਮ ਕਰਤਾ, ਉਹਦੇ ਬਾਰੇ ਇਹ ਤੁਹਾਨੂੰ ਸਰ ਵਾਅਦਾ ਖਿਲਾਫੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕੀ ਸੰਘਰਸ਼ ਕਰਨਗੀਆਂ ਜਾਂ ਕੋਰਟ ਦਾ ਵੀ ਰੁਖ ਅਪਣਾ ਸਕਦੀਆਂ ਨੇ? ਇਸ ਦਾ ਮਾਮਲਾ ਵੀ ਦਰਜ ਕਰਵਾਇਆ ਜਾ ਸਕਦਾ। ਅਸੀਂ ਸੰਘਰਸ਼ ਕਰਾਂਗੇ, ਕਿਉਂਕਿ ਤੁਹਾਨੂੰ ਪਹਿਲਾਂ ਵੀ ਮੇਰੇ ਆਗੂ ਸਾਹਿਬਾਨਾਂ ਨੇ ਦੱਸਤਾ ਵੀ 30 ਤਰੀਕ ਨੂੰ ਵੱਡਾ ਸੰਘਰਸ਼ ਕੀਤਾ ਜਾਊਗਾ, ਜਿਹੜਾ ਅਸੀਂ ਪੋਸਟਪੋਨ ਕੀਤਾ ਸੀਗਾ। 2 ਤਰੀਕ ਨੂੰ ਜਦੋਂ ਸੀਐਮ ਨਾਲ ਮੀਟਿੰਗ ਹੋ ਗਈ ਤੇ ਅਸੀਂ ਪੋਸਟਪੋਨ ਸਰ ਇਸ ਚੀਜ਼ ਨੂੰ ਕੋਰਟ 'ਚ ਕਿਉਂ ਨਹੀਂ ਲੈ ਕੇ ਜਾਂਦਾ? ਕੋਰਟਾਂ ਤੇ ਵੀ ਅੱਜ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਆ, ਮਾਨਯੋਗ ਹਾਈ ਕੋਰਟ ਆ। ਸੁਪਰੀਮ ਕੋਰਟ ਤੇ ਅੱਜ ਕੱਲ੍ਹ ਕੋਰਟਾਂ ਤੇ ਵਿਸ਼ਵਾਸ ਨਹੀਂ ਰਿਹਾ। ਜਦੋਂ ਕੋਰਟਾਂ ਨੇ ਸਾਨੂੰ ਆਰਡਰ ਦੇ ਦਿੱਤਾ 2500 ਰੁਪਏ ਦਾ, ਜਦੋਂ ਸਰਕਾਰ ਕੋਰਟ ਦੇ ਆਰਡਰਾਂ ਨੂੰ ਫੋਲੋ ਹੀ ਨਹੀਂ ਕਰਦੀ, ਸਰਕਾਰਾਂ ਧੱਕਾ ਕਰਦੀਆਂ ਕਿਸਾਨਾਂ ਨਾਲ। ਅੱਜ ਹਾਲਾਤ ਕਿਸਾਨ ਦੇ ਬਹੁਤ ਮਾੜੇ ਨੇ। ਹੁਣ ਮੇਰੇ ਨਾਲ ਗੁਰਮਤ ਸਿੰਘ ਬੈਠੇ ਆ ਫਾਜ਼ਿਲਕਾ ਜ਼ਿਲ੍ਹੇ ਦੀ। ਇਹਦੇ 'ਚ ਸਰ ਜੀ ਥੋੜ੍ਹੀ ਜਿਹੀ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਦਿੱਲੀ ਅੰਦੋਲਨ ਦੇ ਵਿੱਚ ਹਾਂਜੀ ਅਸੀਂ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਲੜੇ ਆ ਤੇ ਉੱਥੋਂ ਸੈਂਟਰ ਸਰਕਾਰ ਤੋਂ ਜਿਹੜਾ ਕਿਸਾਨ ਪਰਾਲੀ ਸਾੜਦਾ ਜਾਂ ਰਹਿੰਦ ਖੂੰਹਦ ਨੂੰ ਖਤਮ ਕਰਦਾ, ਉਹਨੂੰ ਜਿਹੜਾ ਵਾ ਉਹ ਦੋਸ਼ੀ ਨਹੀਂ ਮੰਨਿਆ ਗਿਆ। ਔਰ ਸਰਕਾਰ ਨੂੰ ਲਿਖ ਕੇ ਦੇਣਾ ਪਿਆ ਕਿ ਕਿਸਾਨ ਦੀ ਮਜਬੂਰੀ ਆ, ਇਹ ਰਹਿੰਦ ਖੂੰਹਦ ਨੂੰ ਖਤਮ ਕਰਨ ਵਾਸਤੇ, ਸਾਂਭ ਸੰਭਾਲ ਵਾਸਤੇ ਅੱਗ ਲਾ ਸਕਦਾ ਵਾ। ਇਹਨਾਂ ਨੂੰ ਅਥਾਰਟੀ ਆ, ਕਿਉਂਕਿ ਜਿੰਨਾ ਚਿਰ ਕੋਈ ਰਾਜ ਸਰਕਾਰਾਂ ਜਾਂ ਕੋਈ ਸੈਂਟਰ ਸਰਕਾਰ ਇਹਨਾਂ ਦੀ ਪੂਰਤੀ ਨਹੀਂ ਕਰਦੀ, ਇਹ ਤਾਂ ਇਹਦੀ ਮਜਬੂਰੀ ਆ। ਉਹਨੂੰ ਕਿਸਾਨ ਨੂੰ ਇਸ ਚੀਜ਼ ਦੇ ਵਿੱਚੋਂ ਕਢਵਾ ਕੇ, ਉੱਥੋਂ ਇੱਕ ਸੈਂਟਰ ਤੋਂ ਕਾਨੂੰਨ ਬਣਵਾ ਕੇ ਤੇ ਫਿਰ ਉੱਥੋਂ ਚੱਲੇ ਆ। ਅੱਜ ਇਹ ਸੂਬਾ ਸਰਕਾਰ ਨੂੰ ਫਿਕਰ ਪੈ ਗਿਆ ਇਸ ਗੱਲ ਦਾ। ਔਰ ਜੇ 2500 ਰੁਪਈਆ ਹੀ ਨਗੂਣੀ ਇੱਕ ਗੱਲ ਤੇ ਇਹਨੇ ਆਪਣੇ ਨਾਲ ਵਾਅਦਾ ਕੀਤਾ ਤੇ ਫਿਰ ਇਹ 2500 ਰੁਪਈਆ ਦੇਣ ਤੋਂ ਵੀ ਭੱਜ ਗਿਆ। ਅਸੀਂ ਤਾਂ ਕਹਿੰਦੇ ਸਾਨੂੰ 6000 ਰੁਪਈਆ ਪ੍ਰਤੀ ਏਕੜ ਦਿੱਤਾ ਜਾਵੇ। ਔਰ ਇਹ ਸੈਂਟਰ 'ਚ ਜੋ ਅਸੀਂ ਸੈਂਟਰ ਤੋਂ ਮਿਲਵਾ ਕੇ ਮੁੜੇ ਆ, ਉਸ ਚੀਜ਼ ਨੂੰ ਵੀ ਇਹ ਵਾਅਦਾ ਖਿਲਾਫੀ ਕਰ ਰਿਹਾ। ਪੱਤਰਕਾਰ ਦੋਸਤੋ, ਮੈਂ ਇੱਕ ਗੱਲ ਰੱਖਣੀ ਚਾਹੁੰਦਾ, ਜਿਹੜੀ ਤੁਸੀਂ ਵਾਅਦਾ ਖਿਲਾਫੀ ਦੀ ਗੱਲ ਕਰਦੇ ਹੋ, 5 ਨਵੰਬਰ ਨੂੰ ਮਿਲਣਾ ਚੱਲਣੇ ਦੀ ਜ਼ਿੰਮੇਵਾਰੀ ਸੀਐਮ ਸਾਹਿਬ ਨੇ, ਚਾਹੇ ਉਹ ਕੋਆਪਰੇਟ ਨੇ, ਸਹਿਕਾਰੀ ਨੇ, ਚਾਹੇ ਉਹ ਪ੍ਰਾਈਵੇਟ ਨੇ, ਟੇਬਲ ਥਾਕੜ ਕੇ ਕਿਹਾ ਤਾਂ ਵੀ 5 ਨਵੰਬਰ ਨੂੰ ਚੱਲਣਗੀਆਂ। ਅੱਜ ਤੁਸੀਂ ਲਾ ਲਓ ਹਿਸਾਬ ਵੀ ਪਿੰਡਾਂ ਦੇ ਵਿੱਚ ਗੰਨੇ ਦੀ ਫਸਲ ਲਗਭਗ ਕਿਸਾਨਾਂ ਦੇ ਖੇਤਾਂ 'ਚ ਤਿਆਰ ਆ। ਉਹਦਾ ਬਹੁਤ ਜ਼ਿਆਦਾ ਪਹਿਲਾਂ ਸਰਵਾ ਹੋ ਜਾਂਦਾ ਵੀ ਕਿਹੜਾ ਬੀਜ ਹੈਗਾ, ਕਿੰਨਾ ਬੌਂਡ ਕਰਾਉਣਾ। ਅੱਜ ਤੱਕ ਗੰਨੇ ਜਿਹੜੇ ਮਿੱਲਾਂ ਹੈਗੀ ਸਹਿਕਾਰੀ ਜਾਂ ਪ੍ਰਾਈਵੇਟ, ਉਹਨਾਂ ਦਾ ਇੱਕ ਵੀ ਨਵੇਦਾ ਸਰਵੇ ਕਰਤਾ ਤਾਂ ਪਹੁੰਚਣਾ ਨਹੀਂ। ਇਸ ਕਰਕੇ ਵਾਅਦਾ ਖਿਲਾਫੀ ਤੋਂ ਬਿਨਾਂ ਜਿੰਨੀ ਵੀ ਸਰਕਾਰ ਅੱਜ ਦੀ ਕੋਈ ਵਾਅਦੇ ਕਰਦੀ ਆ, ਸਾਰੇ ਵਾਅਦਾ ਖਿਲਾਫੀ ਆ ਔਰ ਹਵਾ ਦੇ ਤੀਰ ਮਾਰ ਰਹੀ ਆ। ਗਰਾਊਂਡ ਤੇ ਆਉਣਾ ਪੈਣਾ ਸਰਕਾਰ ਨੂੰ। ਅਗਲੀ ਗੱਲ ਗੁਰਮਤ ਸਿੰਘ ਰੱਖਣਗੇ। ਸਰਵੇ ਹੋ ਗਏ, ਆਪਾਂ ਕਰਦੇ ਹਾਂ। ਧੰਨਵਾਦ ਪੱਤਰਕਾਰ ਵੀਰਾਂ ਦਾ। ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ 2 ਮੁੱਖ ਹਲਕੇ ਨੇ, ਹਬੋਰ ਤੇ ਬੱਲੂਆਣਾ, ਜਿਹੜੇ ਕਿ ਸਿਰਫ ਕਿੰਨੂ ਤੇ ਨਰਮੇ ਦੇ ਉੱਤੇ ਨਿਰਭਰ ਨੇ, ਪਰ ਇਸ ਵਾਰ ਮਾੜੇ ਬੀਜ ਤੇ ਮਾੜੀਆਂ ਸਪਰੇਆਂ ਨਾਲ ਜਿਹੜੇ ਚਿੱਟੀ ਮੱਖੀ ਦਾ ਜਿਹੜਾ ਪਿਛਲੇ ਮਹੀਨੇ ਅਟੈਕ ਹੋਇਆ, ਉਸਨੇ 90% ਸਾਡੀ ਜਿਹੜੀ ਕਿੰਨੂ ਆਪਣੇ ਨਰਮੇ ਦੀ ਫਸਲ ਉਜਾੜ ਕੇ ਕਿਸਾਨ ਨੂੰ ਫਸਲ ਵਾਹੁਣ ਤੇ ਮਜਬੂਰ ਹੋਇਆ। ਤੇ ਦੂਸਰੀ ਅਸੀਂ ਕਿੰਨੂ ਦੇ ਉੱਤੇ ਨਿਰਭਰ ਆ, ਜਿਹੜੀ ਮਾਰਚ ਅਪ੍ਰੈਲ ਦੇ ਵਿੱਚ ਬੇਮੌਸਮੀ ਗਰਮੀ ਪਈ, ਉਸ ਨਾਲ ਜਿਹੜਾ ਕਿੰਨੂ ਸੀ ਉਹ ਫਰੂਟ ਦੇ ਆਪਣੇ ਪੌਦੇ ਦੇ ਉੱਪਰ ਹੀ ਰੁਕ ਗਿਆ। ਪਰ ਜਿਹੜੀ ਸਰਕਾਰ ਆ ਉਹ ਸਾਡੀਆਂ ਤਸਈ ਕਿੰਨੂ ਤੇ ਨਰਮੇ ਦੇ ਉੱਤੇ ਨਿਰਭਰ ਆ, ਪਰ ਸਰਕਾਰ ਜਦ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਤੇ ਰੂਟੀਨ ਵਾਈਜ਼ ਜ਼ਿਲ੍ਹੇ ਫਾਜ਼ਿਲਕੇ ਦੇ ਵਿੱਚ ਇਸ ਟਾਈਮ ਖੁਦਕੁਸ਼ੀਆਂ ਦਾ ਦੌਰ ਚੱਲ ਰਿਹਾ ਹੈ। ਕੋਈ ਕਿਸਾਨ ਖੁਦਕੁਸ਼ੀਆਂ ਕਰਕੇ ਕੋਈ ਸਪਰੇਆਂ ਪੀ ਰਿਹਾ, ਕੋਈ ਫਾਹੇ ਲੈ ਰਿਹਾ ਹੈ।
ਤੇ ਅਸੀਂ ਸਰਕਾਰ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਸਾਡਾ ਇਸ ਮਸਲੇ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਉਸ ਦੇ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਦਾ ਇਸ ਸਾਲ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਗਿਆ। ਤੇ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਰੜਾ ਸਾਹਿਬ ਨੂੰ, ਉਹ ਵੀ ਗੱਲ ਰੱਖੋ। ਦੋਸਤੋ, ਜਿਸ ਤਰ੍ਹਾਂ ਵੱਖ-ਵੱਖ ਆਗੂਆਂ ਨੇ ਤੁਹਾਨੂੰ ਆਪਣੀਆਂ ਕਿਸਾਨੀ ਦੀਆਂ ਮੁਸ਼ਕਲਾਂ ਬਾਰੇ ਦੱਸਿਆ, ਜਿਸ ਤਰ੍ਹਾਂ ਗੰਨੇ ਦੀ ਗੱਲ ਹੋਈ ਹੈ, ਉਸੇ ਤਰ੍ਹਾਂ ਇੱਕ ਪੰਜਾਬ ਦੇ ਨੌਜਵਾਨਾਂ ਦੇ ਨਾਲ ਖਾਸ ਕਰਕੇ ਪਿਛਲੇ ਦਿਨੀ ਜਿਹੜੀ ਹੈ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ, ਜਿਹਦੇ ਤੇ ਸਾਡੇ ਹੀ ਧੀਆਂ ਪੁੱਤ ਹੈ, ਸਾਡੀਆਂ ਹੀ ਭੈਣਾਂ, ਸਾਡੀਆਂ ਹੀ ਬੱਚੀਆਂ ਹੈ। ਉਹਦੇ ਤੇ ਅਸੀਂ ਇਹ ਗੱਲ ਕਰਨੀ ਚਾਹੁੰਦੇ ਹਾਂ ਕਿ ਜੇਕਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਬੱਚੀਆਂ ਨੂੰ ਇਨਸਾਫ ਦਿੱਤਾ ਜਾਵੇ, ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਦਬਾਅ ਨਾ, ਕਿਸੇ ਤਰ੍ਹਾਂ ਕੋਈ ਪੈਸੇ ਦੇ ਲਾਲਚ ਦੇ ਨਾਲ, ਕਿਉਂਕਿ ਧੀਆਂ ਸਾਡੀਆਂ ਹੀ ਨੇ ਉਹ। ਇਸ ਕਰਕੇ ਸਾਡੇ ਐਸਕੇਐਮ ਵੱਲੋਂ ਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ, ਕਿਉਂਕਿ ਕਿਸਾਨਾਂ ਦੇ ਧੀਆਂ ਪੁੱਤ ਹੈ, ਉਹਨਾਂ ਦੇ ਵਾਸਤੇ ਇਨਸਾਫ ਲਈ ਜਿੱਥੇ ਉਹ ਲੜਨ ਲਈ ਖੜੇ ਹੋਣਗੇ, ਅਸੀਂ ਬਿਲਕੁਲ ਪੂਰਨ ਤੌਰ ਦੇ ਉੱਤੇ ਉਹਨਾਂ ਦੇ ਨਾਲ ਖੜੇ ਹਾਂ। ਔਰ ਅਗਲੀ ਗੱਲ ਜਿਹੜੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਿਆਂ ਦਾ ਦੌਰ ਹੈ, ਇਹ ਕਹਿ ਕੇ ਸਰਕਾਰ ਆਈ ਸੀ ਕਿ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਏਗਾ, ਪੰਜਾਬ ਦੇ ਵਿੱਚ ਨਸ਼ੇ ਜਿਉਂਦੇ ਤਿਉਂ ਹੈ। ਸਾਡੇ ਕਿਸਾਨਾਂ ਦੇ ਧੀਆਂ ਪੁੱਤ ਨਸ਼ਿਆਂ ਦੇ ਨਾਲ ਮਰ ਰਹੇ ਹੈ ਔਰ ਕਿਸਾਨਾਂ ਦੀਆਂ ਫਸਲਾਂ ਮੰਡੀਆਂ 'ਚ ਰੁਲ ਰਹੀਆਂ। ਸੋ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਤੋਂ ਜਿਸ ਤਰ੍ਹਾਂ ਦੀ ਰਾਹਤ ਦੀ ਉਮੀਦ ਸੀ ਉਹ ਨਹੀਂ ਮਿਲੀ। ਅਸੀਂ ਆਸ ਕਰਦੇ ਹਾਂ ਕਿ ਭਗਵੰਤ ਸਿੰਘ ਮਾਨ ਹੁਣੀ ਆਪਣੇ 91 ਜਿਹੜੇ ਆ MLA ਉਹਨਾਂ ਦੇ ਨਾਲ ਬੈਠ ਕੇ ਵਿਚਾਰ ਕਰਨਗੇ ਤੇ ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਕਰਨਗੇ। ਪੰਜਾਬ ਦੇ ਵਿੱਚ ਫਗਵਾੜਾ ਮਿੱਲ ਦਾ ਜਿਹੜਾ 72 ਕਰੋੜ ਰੁਪਏ ਦਾ ਜਿਹੜਾ ਅਮਾਊਂਟ ਰੁਕਿਆ ਹੋਇਆ ਸੀ ਤੇ 49 ਕਰੋੜ ਹਲੇ ਬਾਕੀ ਹੈ। ਸਾਨੂੰ 28 ਕਰੋੜ ਪਾਉਣ ਦਾ ਵਾਅਦਾ 7 ਸਤੰਬਰ ਤੱਕ ਕੀਤਾ ਸੀ। ਹੁਣ ਵਾਅਦਾ ਖਿਲਾਫੀ ਦੀ ਵਾਰ-ਵਾਰ ਗੱਲ ਆਉਂਦੀ। 24 ਵਾਅਦੇ ਸਾਡੇ, 24 ਦੇ ਵਿੱਚੋਂ 22 ਜਿਉਂ ਦੇ ਤਿਉਂ ਆ ਤੇ 3 ਮੁਸ਼ਕਲਾਂ ਸਾਡੀਆਂ ਲੰਪੀ ਸਕਿਨ ਦੀ ਤੇ ਝੋਨੇ ਨੂੰ ਬਿਮਾਰੀ ਦੀ, ਇਹ ਜਿਹੜੀਆਂ ਸਾਡੇ ਸਿਰ ਤੇ ਆਣ ਖੜੀਆਂ ਹੋ ਗਈਆਂ। ਹੜ੍ਹਾਂ ਦੇ ਨਾਲ ਜਿਹੜੀਆਂ ਫਸਲਾਂ ਮਾਰੀਆਂ ਗਈਆਂ ਉਹਨਾਂ ਦੀ ਮੁਸ਼ਕਲ ਹਲੇ ਤੱਕ ਗੁਰਦਾਸਪੁਰ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਹਲੇ ਤੱਕ ਇਹਨਾਂ ਦਾ ਕੋਈ ਅਮਲਾ ਪਟਵਾਰੀ ਜਾਂ ਕੋਈ ਵੀ ਨਹੀਂ ਪਹੁੰਚਾ। ਸੋ ਸਾਡੀ ਬੇਨਤੀ ਹੈ ਕਿ ਜਿਹੜੀਆਂ ਮਿੱਲਾਂ ਚਲਾਉਣ ਦਾ ਜਿਹੜਾ 1 ਨਵੰਬਰ ਦਾ ਵਾਅਦਾ ਕੀਤਾ ਸੀ, ਸਰਕਾਰ ਉਹਨੂੰ ਯਾਦ ਕਰੇ। ਸਾਡੇ ਉੱਪਰ ਜਿਹੜੇ ਹੋਏ ਪਰਚੇ ਉਹਨਾਂ ਵਾਅਦਿਆਂ ਨੂੰ ਯਾਦ ਕਰਕੇ ਸਾਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕਰੇ ਤੇ ਉਹਨਾਂ ਦਾ ਹੱਲ ਕਰੇ। ਹੁਣ ਸੁਖਪਾਲ ਸਿੰਘ ਡੱਫਰ 1 ਮਿੰਟ ਦੇ ਵਾਸਤੇ ਤੁਹਾਡੇ ਲਈ ਹੋਣਗੇ। ਦੇਖੋ, ਸਾਡੀਆਂ ਜਿਹੜੀਆਂ ਪ੍ਰਾਈਵੇਟ ਮਿੱਲਾਂ ਉਹਨਾਂ ਦਾ ਬਕਾਇਆ ਹਜੇ 3-4 ਮਿੱਲਾਂ ਦਾ ਪਿਆ। ਅੱਜ ਦੀ ਡੇਟ ਦੇ ਵਿੱਚ ਮਕੇਰੀਆਂ 13 ਕਰੋੜ ਰੁਪਈਆ ਬਕਾਇਆ ਪਿਆ, ਅੱਜ ਧਰਨਾ ਲੱਗਾ ਪਿਆ ਉੱਥੇ। ਬਾਕੀ ਫਗਵਾੜੇ ਦਾ ਤੁਸੀਂ ਦੇਖੋ, ਇਹ ਨਹੀਂ 71 ਕਰੋੜ ਰੁਪਈਆ ਸੀਗਾ, 29 ਦੇਣਾ ਕੀਤਾ ਸੀ, 23 ਦਿੱਤਾ ਹਜੇ। ਤੇ ਬਾਕੀ ਇਹ 45-46 ਕਰੋੜ ਰੁਪਈਆ ਜਿਹੜਾ ਹਜੇ ਬਾਕੀ ਪਿਆ ਫਗਵਾੜੇ ਦਾ। ਬਾਕੀ ਜਿਹੜਾ ਸਾਡੀ ਮਿੱਲ ਫਗਵਾੜਾ, ਉਹਦਾ ਗੰਨਾ ਬਾਕੀ ਮਿੱਲਾਂ ਨੂੰ ਅਲਾਟ ਕਰ ਰਹੀ ਸਰਕਾਰ। ਅਸੀਂ ਮੰਗ ਕਰਦੇ ਕਿ ਉਹ ਮਿੱਲ ਨੂੰ ਤੁਰੰਤ ਚਲਾਇਆ ਜਾਵੇ, ਜਿੱਦਾਂ ਵੀ ਸਰਕਾਰ ਆਪਣੇ ਹੱਥ ਹੈਂਡਓਵਰ ਕਰਕੇ ਉਹਨੂੰ ਚਲਾਵੇ। ਜਿਹੜਾ ਗੰਨਾ ਹੈਗਾ ਜ਼ਿਮੀਦਾਰ 100-100 ਕਿਲੋਮੀਟਰ ਤੇ ਕਿੱਦਾਂ ਲੈ ਕੇ ਜਾਣਗੇ। ਬਾਕੀ ਜਿਹੜਾ ਕੋਵਿਡ ਮਿੱਲਾਂ ਦਾ ਸਰਕਾਰ ਨੇ ਬਕਾਇਆ ਜਿਹੜਾ ਸੀ ਉਹ ਦਿੱਤਾ, ਅਸੀਂ ਧੰਨਵਾਦ ਕਰਦੇ ਹਾਂ। ਪਰ ਜਿਹੜਾ ਗੰਨਾ ਸਾਡਾ ਹਜੇ ਤੱਕ ਬਾਉਂਡ ਨਹੀਂ ਕੀਤਾ ਗਿਆ। ਅੱਜ 1 ਮਹੀਨਾ 10 ਦਿਨ ਰਹਿ ਗਿਆ ਸਾਰੇ। ਸਰਕਾਰ ਦੇ ਵਾਅਦੇ ਮੁਤਾਬਕ 5 ਤਰੀਕ ਨੂੰ ਨਹੀਂ, 5 ਨਵੰਬਰ ਨੂੰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਮਿੱਲਾਂ ਜਿਹੜੀਆਂ ਤੁਰੰਤ ਚਾਲੂ ਕਰਾਂਗੇ 5 ਤਰੀਕ ਤੱਕ। ਪਰ ਹਜੇ ਤੱਕ ਸਾਡਾ ਗੰਨਾ ਇੱਕ ਵੀ ਪ੍ਰਾਈਵੇਟ ਮਿੱਲਾਂ ਨੇ ਬਾਉਂਡ ਨਹੀਂ ਕੀਤਾ। ਅਸੀਂ ਮੰਗ ਕਰਦੇ ਵੀ ਸਾਡਾ ਗੰਨਾ ਜਿਹੜਾ ਉਹ ਜਲਦ ਤੋਂ ਜਲਦ ਬਾਉਂਡ ਕੀਤਾ ਜਾਵੇ ਔਰ ਤਰੀਕ ਜਿਹੜੀ ਹੈਗੀ ਸਾਡੀ ਅਨਾਉਂਸ ਕੀਤੀ ਜਾਵੇ 5 ਨਵੰਬਰ। ਥੈਂਕ ਯੂ।